ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇ ਜੁਗ ਚਾਰੇ ਆਰਜਾ ਹੋਰ ਦਸੋਨੀ ਹੋਏ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ। ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤਿਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੋ ਕਹੋ ਢਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਪਤ ਕਸਾਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਬੀਹਾ ਪ੍ਰਭੁ ਲੈ ਕੋਕਲ ਬਾਣੀਆਂ। ਸਾਧਨ ਸਭ ਰਸ ਚੋਲੇ ਅੰਕ ਸਮਾਣੀਆਂ। ਬਾਬੀਹਾ ਪ੍ਰਭੁ ਲੈ ਕੋਕਲ ਬਾਣੀਆਂ। ਸਾਧਨ ਸਭ ਰਸ ਚੋਲੇ ਅੰਕ ਸਮਾਣੀਆਂ। ਹਰ ਅੰਕ ਸਮਾਣੀ ਜਾਂ ਪ੍ਰਭ ਭਾਣੀ। ਸਾ ਸੁਹਾਗਣ ਨਾਰੇ
ਨਵ ਕਰ ਥਾਪ ਮਹਲ ਕਰ ਉੱਚਾ ਨਿਜ ਕਰ ਬਾਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਮਨ ਸੇ ਭਾ ਸੁਰੰਗ ਗਰਾਵੇ ਨਾਨਕ ਪ੍ਰਿਉ ਪ੍ਰਿਉ ਚਬੈ ਬੰਬੀਹਾ ਕੋਕਲ ਸ਼ਬਦ ਸੁਹਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਚਰਨ ਛੋਹ ਪਾਵਨ ਪਵਿੱਤਰ ਧਰਤੀ ਮਹਾਨ ਤੀਰਥ ਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦਰਬਾਰ ਸਾਹਿਬ ਦੇ ਅੰਦਰ ਸੱਜ ਬੈਠੇ ਅਤੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਬੜੇ ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੈ ਜੋ ਆਪ ਗੁਰੂ ਹਜ਼ੂਰੀ ਵਿੱਚ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਦੇ ਲਈ ਸੱਜ ਬੈਠੇ ਹੋ। ਗੁਰੂ ਪਿਆਰਿਓ, ਵਿਦਵਾਨਾਂ ਵੱਲੋਂ ਸੰਸਾਰ ਵਿੱਚ ਤਿੰਨ ਤਰ੍ਹਾਂ ਦੀਆਂ ਇਮਾਰਤਾਂ ਮੰਨੀਆਂ ਗਈਆਂ ਨੇ। ਸੰਸਾਰ ਵਿੱਚ ਵਿਦਵਾਨਾਂ ਵੱਲੋਂ ਵਾਹਿਗੁਰੂ ਚਾਰ ਤਰ੍ਹਾਂ ਦੀਆਂ ਇਮਾਰਤਾਂ ਮੰਨੀਆਂ ਗਈਆਂ ਨੇ। ਕਿਹੜੀਆਂ ਕਿਹੜੀਆਂ? ਪਹਿਲੀਆਂ ਇਮਾਰਤਾਂ ਬਿਲਡਿੰਗਾਂ ਉਹ ਨੇ ਜਿਹੜੀਆਂ ਬੰਦੇ ਨੂੰ ਧਨਵਾਨ ਬਣਾਉਂਦੀਆਂ ਨੇ। ਦੂਜੀਆਂ ਇਮਾਰਤਾਂ ਉਹ ਨੇ ਜਿਹੜੀਆਂ ਬੰਦੇ ਨੂੰ ਵਿਦਵਾਨ ਬਣਾਉਂਦੀਆਂ ਨੇ। ਤੀਜੀਆਂ ਇਮਾਰਤਾਂ ਉਹ ਨੇ ਜਿਹੜੀਆਂ ਬੰਦੇ ਨੂੰ ਸ਼ੈਤਾਨ ਬਣਾਉਂਦੀਆਂ ਨੇ। ਚੌਥੀਆਂ ਇਮਾਰਤਾਂ ਉਹ ਨੇ ਜਿਹੜੀਆਂ ਬੰਦੇ ਨੂੰ ਇਨਸਾਨ ਬਣਾਉਂਦੀਆਂ ਨੇ। ਪਿਆਰ ਵਾਲਿਓ, ਪਹਿਲੀਆਂ ਇਮਾਰਤਾਂ ਉਹ ਨੇ ਜਿਹੜੀਆਂ ਸਾਨੂੰ ਧਨਵਾਨ ਬਣਾਉਂਦੀਆਂ ਨੇ, ਜਿਵੇਂ ਸਾਡੇ ਦਫ਼ਤਰ ਨੇ, ਸਾਡੀਆਂ ਫੈਕਟਰੀਆਂ ਨੇ, ਕਾਰੋਬਾਰ ਹੈ ਸਾਡਾ, ਜਿੱਥੇ ਬੈਠ ਕੇ ਅਸੀਂ ਧਨ ਕਮਾਉਂਦੇ ਹਾਂ। ਇੱਕ ਬਿਲਡਿੰਗ ਵਿੱਚ ਹੀ ਕਮਾਉਂਦੇ ਹਾਂ ਨਾ, ਕੋਈ ਥਾਂ ਹੈ ਨਾ ਜਿੱਥੇ ਬੈਠ ਕੇ ਅਸੀਂ ਆਪਣਾ ਕਾਰੋਬਾਰ ਕਰਦੇ ਹਾਂ। ਇੱਕ ਉਹ ਬਿਲਡਿੰਗਾਂ ਨੇ, ਸਾਡੇ ਦਫ਼ਤਰ ਨੇ, ਕਾਰਖਾਨੇ ਨੇ, ਫੈਕਟਰੀਆਂ ਨੇ, ਜਿੱਥੇ ਸਾਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ। ਉੱਥੇ ਜਾਣ ਵਾਲਿਆਂ ਦੀ ਬਹੁਤ ਭੀੜ ਹੈ। ਅਸੀਂ ਹਰ ਰੋਜ਼ ਜਾਂਦੇ ਹਾਂ। ਹਰ ਬੰਦਾ ਆਪਣੇ ਦਫ਼ਤਰ ਵਿੱਚ, ਆਪਣੀ ਫੈਕਟਰੀ ਵਿੱਚ ਜਾਂਦਾ ਹੋਏਗਾ ਧਨ ਕਮਾਉਣ ਦੇ ਲਈ। ਭੀੜਾਂ ਲੱਗੀਆਂ ਪਈਆਂ ਨੇ। ਦੂਜੀਆਂ ਬਿਲਡਿੰਗਾਂ ਉਹ ਨੇ ਜਿੱਥੇ ਵਿਦਵਾਨ ਤਿਆਰ ਕੀਤੇ ਜਾਂਦੇ ਨੇ। ਉਹ ਨੇ ਸਾਡੇ ਸਕੂਲ, ਕਾਲਜ, ਯੂਨੀਵਰਸਿਟੀਆਂ, ਵਿਦਿਆਲੇ, ਜਿੱਥੇ ਬੱਚੇ ਨੂੰ ਸਿੱਖਿਆ ਪੜ੍ਹਾ ਕੇ ਵਿਦਵਾਨ ਬਣਾਇਆ ਜਾਂਦਾ ਹੈ। ਅਤੇ ਸਕੂਲਾਂ ਕਾਲਜਾਂ ਵਿੱਚ ਵੀ ਗਿਣਤੀ ਬਹੁਤ ਜ਼ਿਆਦਾ ਹੈ। ਸਕੂਲ ਕਾਲਜ ਭਰੇ ਪਏ ਨੇ। ਹਰੇਕ ਬੱਚੇ ਨੂੰ ਸਕੂਲ ਜਾਣਾ ਪੈਂਦਾ ਹੈ, ਯੂਨੀਵਰਸਿਟੀ ਜਾਣਾ ਪੈਂਦਾ ਹੈ, ਕਾਲਜ ਜਾਣਾ ਪੈਂਦਾ ਹੈ। ਲੋਕਾਂ ਦੀ ਕਮੀ ਨਹੀਂ ਹੈ। ਤੀਜੀਆਂ ਇਮਾਰਤਾਂ ਉਹ ਨੇ ਜਿੱਥੇ ਲੋਕਾਂ ਨੂੰ ਸ਼ੈਤਾਨ ਬਣਾਇਆ ਜਾਂਦਾ ਹੈ। ਉਹ ਸ਼ਰਾਬਖਾਨੇ, ਜੂਏਖਾਨੇ,
पब क्लब, जिथे बंदे जाके अपनी जिंदगी का फोका रस है जिहड़ा झूठा रस है उहनूं मानते हैं, अपनी ऐश प्रस्ती करते हैं। तो उत्थे जाण वाले लोगों की भी गिनती बहुत है, वरतांत है। पैर रखण नूं थां नहीं मिलती, इन्नी गिनती हो जाती है। पर अफसोस की गल, चौथियां इमारतां वो ने जिथे लोगों नूं इंसान बनाया जाता है, रब नाल जोड़िया जाता है। उन्हें साडे गुरुद्वारे, साडे मंदिर, मसीतां, जिथे जाके लोकी रब नाल जुड़ते हैं, जिथे गुरु की गल हुंदी है, जिथे साडियां चिंतावां दूर हुंदियां ने, जिथों सानू सुख शांति मिलती है, जिथे आके बंदा असल विच इंसान बनता। इत्थे इंसान बनाउण दी सिक्ख्या दित्ती जाती है। गुरद्वारे विचों इंसान पैदा हुंदे ने, गुरद्वारे विच असल विच बंदा सिक्ख्या लैके बंदा बनता है। पर अफसोस की गल, जिथे धन मिलना सी उत्थे गिनती बहुत वध गई, जिथे विद्वान बनाने सन गिनती बहुत वध गई, जिथे शैतान बनना सी गिनती बहुत वध गई। पर जिथे इंसान बनना सी ना, उसे विरले ही रब दे प्यारे आके बैठते हैं, क्योंकि बंदा इंसान बनने लई तैयार नहीं है। कोई नहीं चाहता मैं इंसान बना। वो विरले ही होंदे ने आप वर्गे, जिहड़े गुरु की हजूरी विच आके बैठ के गुरु अगे अरदास करते हैं, परमात्मा मैनू इंसान बना दे, मैनू असल विच बंदा बना दे, मेरे अंदर बंदियां वाले गुण आ जान, मैं तेरे दर दा बंदा बन जावां। जिवें बाबा बंदा सिंह बहादुर बन गया सी, गुरु कलगीधर पातशाह दे दर दा बंदा। विरले ने जिहड़े इंसान बन लई गुरु घर आउंदे ने। आओ रब के प्यारिओ, आप इंसान बनने लई गुरु घर आके सज के बैठे हो। आओ मन बिरतियां नूं एकागर करिए। कुछ क समां सतगुरु जी तो आग्या लैके जिहड़ी लड़ीवार कथा विचार चल रही है, उहदी विचार करिए। दिओ असीस, बुलाओ फतेह, आखो वाहिगुरू जी का खालसा, वाहिगुरू जी की फतेह। सतनाम वाहिगुरू साहिब जी। बाबिहा प्रे बोले कोकिल बाणिया। सतगुरु जी तुखारी राग के अंदर साहिब श्री गुरु नानक देव पातशाह की यह बाणी है। जो असी गुरु ग्रंथ साहिब पातशाह की बाणी नूं पढ़ते हैं ना, सानू गुरु ग्रंथ साहिब पातशाह च 2 बारामाह मिलते हैं। वैसे बहुत ने विद्वानां ने, कवियां ने बहुत बारामाह रचे, पर गुरु ग्रंथ साहिब की बाणी विच एक माझ राग दे विच गुरु अर्जन देव पातशाह जी का बारामाह है, तो एक तुखारी राग के अंदर गुरु नानक देव पातशाह का बारामाह है। तो ये जिहड़ा शब्द है साहिब श्री गुरु नानक देव पातशाह जी का उच्चारण किया है तुखारी राग के अंदर 1107 अंग ते विराजमान है। सतगुरु गुरु नानक देव पातशाह साढ़े तरस करके समझाते हैं, आंदे तू बबीहा वेख्या है ना, तो जिहड़ा बबीहा है ना वो बड़ा मिठा बोलता है। कोयल ना, कोयल भी बड़ी मिठी बोलती है। बबीहा पिरो बोले, जिहड़ा बबीहा बोलता है। कोकिल बाणियां, वो मिठी बाणी बोलता है, कौड़ा नहीं बोलता। तो जो मिठी बाणी बोलता है ना, सारिਆਂ ਨੂੰ आनंद आ जाता है, सारे आनंद दे विच लीन हो जाते हैं। कोयल की आवाज़ सुन के सारे कहते हैं आवाज़ होवे तो इहो जी होवे, इहो जी मिठी आवाज़ होवे। सारे उस आवाज़ नूं पसंद करते हैं। साधन सब रस चोलै अंक समाणिया। तो सतगुरु जी कहते इस तरह रब दे प्यारिओ, जेड़े गुरु के प्यारे, जिहड़ी जीव रूप इस्त्री उस परमात्मा की बाणी नूं, उस परमात्मा के बोलां नूं कोयल वांग
ਬਬੀਹੇ ਵਾਂਗ ਵਿਰਾਗ ਵਿੱਚ ਆ ਕੇ ਮਿੱਠੀ ਬੋਲੀ ਵਿੱਚ ਗਾਉਂਦੀ ਹੈ ਨਾ ਜਿਹੜੀ ਜੀਵ ਰੂਪ ਇਸਤਰੀ, ਉਹਨੂੰ ਉਸ ਪਰਮਾਤਮਾ ਦਾ ਮਿਲਾਪ ਹਾਸਲ ਹੋ ਜਾਂਦਾ ਹੈ। ਉਹ ਉਸ ਪਰਮਾਤਮਾ ਨੂੰ ਪਾ ਲੈਂਦੀ ਹੈ। ਪਰ ਕਦੋਂ? ਜਦੋਂ ਕੋਇਲ ਵਾਂਗ ਵਿਰਾਗ ਵਿੱਚ ਆ ਕੇ ਇਸ ਬਾਣੀ ਨੂੰ ਗਾਏਗੀ। ਇਹ ਨਹੀਂ ਹੈ ਕਿ ਸੰਗੀਤ ਸਿੱਖ ਲਿਆ, ਆਵਾਜ਼ ਬੜੀ ਮਿੱਠੀ ਹੋ ਗਈ ਤੇ ਉਸ ਰੱਬ ਦੀ ਪ੍ਰਾਪਤੀ ਹੋ ਜਾਏਗੀ। ਸਤਿਗੁਰੂ ਕਹਿੰਦੇ ਤੇਰੇ ਅੰਦਰੋਂ ਵਿਰਾਗ ਪੈਦਾ ਹੋਣਾ ਚਾਹੀਦਾ ਹੈ। ਤੇਰੇ ਅੰਦਰੋਂ ਮਿੱਠੀ ਕੂਕ ਹੈ ਨਾ, ਜਿਵੇਂ ਕੋਇਲ ਕੂਕਦੀ ਹੈ, ਉਹ ਕੂਕ ਨਿਕਲਣੀ ਚਾਹੀਦੀ ਹੈ। ਤੇਰੇ ਬੋਲ ਮਿੱਠੇ ਹੋਣੇ ਚਾਹੀਦੇ ਨੇ। ਤੇ ਜਦੋਂ ਅੰਦਰੋਂ ਵਿਰਾਗ ਪੈਦਾ ਕਰਕੇ ਵਿਰਾਗ ਵਿੱਚ ਆ ਕੇ ਉਸ ਪਰਮਾਤਮਾ ਦੇ ਮਿੱਠੇ ਬੋਲਾਂ ਨੂੰ ਗਾਏਗਾ ਨਾ, ਤੇ ਉਦੋਂ ਫਿਰ ਉਸ ਪਰਮਾਤਮਾ ਨੂੰ ਭਾ ਜਾਏਗਾ। ਸਾ ਧਨ ਸਭ ਰਸ ਝੋਲੇ ਅੰਕ ਸਮਾਣੀਆਂ। ਜਦੋਂ ਉਹਦੇ ਅੰਕ ਉਹਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਏਗਾ ਤਾਂ ਜਿੰਨੇ ਵੀ ਰਸ ਨੇ ਨਾ, ਉਹ ਸਾਰਿਆਂ ਨੂੰ ਮਾਣ ਲਏਗਾ। ਇਸ ਸੰਸਾਰ ਦੇ ਸਾਰੇ ਰਸ ਤੈਨੂੰ ਫਿੱਕੇ ਲੱਗਣ ਲੱਗ ਪੈਣਗੇ ਤੇ ਪਰਮਾਤਮਾ ਦੇ ਨਾਮ ਰਸ ਨੂੰ ਮਾਣ ਲਏਗਾ। ਤੇ ਗੁਰੂ ਕੇ ਪਿਆਰੇ, ਜਦੋਂ ਪ੍ਰੀਤ ਪੈ ਜਾਂਦੀ ਹੈ ਨਾ, ਉਦੋਂ ਫਿਰ ਕੋਈ ਅੰਤ ਨਹੀਂ ਰਹਿ ਜਾਂਦਾ ਬੰਦੇ ਦਾ। ਜੋ ਪ੍ਰੀਤ ਪੈ ਜਾਂਦੀ ਹੈ, ਬੱਬੀਆ ਹੈ, ਉਹ ਪ੍ਰੀਤ ਦੇ ਪਿੱਛੇ ਆਪਣੀ ਜਾਨ ਤਿਆਗ ਦਿੰਦਾ ਹੈ, ਪਰ ਪਿੱਛੇ ਨਹੀਂ ਹਟਦਾ। ਇਸੇ ਤਰ੍ਹਾਂ ਅਸੀਂ ਆਪਣੇ ਗੁਰ ਇਤਿਹਾਸ ਨੂੰ ਵੇਖੀਏ ਤੇ ਭਗਤ ਕਬੀਰ ਜੀ ਕਹਿੰਦੇ, ਬਾਣੀ ਵਿੱਚ ਪਹਿਲਾਂ ਭਗਤ ਕਬੀਰ ਜੀ ਨੇ ਸਾਨੂੰ ਸਮਝਾਇਆ ਹੈ। ਕਹਿੰਦੇ ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੁਕੋ ਕਾਹੇ ਕੁਮਾਰੇ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੀ ਪ੍ਰੀਤੀ ਪੈ ਜਾਂਦੀ ਹੈ, ਜਿਹੜੇ ਮਿੱਠੀ ਆਵਾਜ਼ ਵਿੱਚ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ। ਉਹਨਾਂ ਦੀ ਦਸ਼ਾ ਨੂੰ ਭਗਤ ਕਬੀਰ ਜੀ ਨੇ ਬਿਆਨ ਕੀਤਾ ਹੈ। ਆਂਦੇ ਕਰਵੱਤ ਇੱਕ ਆਰੇ ਦਾ ਨਾਂ ਹੈ ਜਿਹੜਾ ਕਾਸ਼ੀ ਵਿੱਚ ਲੱਗਾ ਹੋਇਆ ਹੈ, ਤੇ ਹਿੰਦੂ ਇਤਿਹਾਸ ਅਨੁਸਾਰ ਇਹਦੇ ਥੱਲੇ ਜਿਹੜਾ ਵੀ ਆਪਣੇ ਸਰੀਰ ਨੂੰ ਕਟਾ ਦਿੰਦਾ ਹੈ, ਉਹ ਕਹਿੰਦੇ ਸਨ ਮੁਕਤ ਹੋ ਜਾਂਦਾ ਹੈ। ਤਾਂ ਭਗਤ ਕਬੀਰ ਜੀ ਨੇ ਉਸ ਆਰੇ ਦੀ ਉਦਾਹਰਨ ਲਈ, ਕਹਿੰਦੇ ਪਰਮਾਤਮਾ ਕਰਵੱਤ ਭਲਾ, ਮੈਨੂੰ ਉਹ ਆਰਾ ਭਲਾ ਹੈ, ਮੈਨੂੰ ਉਹ ਆਰਾ ਚੰਗਾ ਲੱਗਦਾ ਹੈ, ਨਾ ਕਰਵਟ ਤੇਰੀ, ਪਰ ਤੇਰੀ ਕਰਵਟ ਚੰਗੀ ਨਹੀਂ ਲੱਗਦੀ। ਮੈਨੂੰ ਆਰੇ ਨਾਲ ਚੀਰ ਦਿੱਤਾ ਜਾਵੇ, ਮੈਨੂੰ ਮਨਜ਼ੂਰ ਹੈ, ਮੈਨੂੰ ਦੁੱਖ ਨਹੀਂ ਹੋਏਗਾ। ਪਰ ਪਰਮਾਤਮਾ, ਜਦੋਂ ਤੂੰ ਮੈਨੂੰ ਕਰਵਟ ਦੇ ਦੇਣਾ ਹੈ, ਪਿੱਠ ਦੇ ਦੇਣਾ ਹੈ, ਇਹ ਤੋਂ ਵੱਡਾ ਮੇਰੇ ਵਾਸਤੇ ਦੁੱਖ ਕੋਈ ਨਹੀਂ। ਉਹ ਦੁੱਖ ਨਹੀਂ ਮੇਰੇ ਤੋਂ ਜਰਿਆ ਜਾਂਦਾ। ਮੈਂ ਆਰੇ ਦਾ ਦੁੱਖ, ਮੇਰੇ ਸਰੀਰ ਨੂੰ ਆਰੇ ਨਾਲ ਚੀਰ ਦਿੱਤਾ ਜਾਵੇ, ਉਹ ਜਰ ਸਕਦਾ ਹੈ, ਪਰ ਜੇ ਤੂੰ ਮੈਨੂੰ ਪਿੱਠ ਦੇ ਦੇਵੇਂ, ਇਹ ਨਹੀਂ ਮੈਂ ਜਰ ਸਕਦਾ। ਇਹ ਮੇਰੇ ਤੋਂ ਜਰਿਆ ਨਹੀਂ ਜਾਏਗਾ। ਕਰਵੱਤ ਭਲਾ ਹੈ ਮੈਨੂੰ, ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਵੇਖੋ ਭਗਤ ਸਾਹਿਬਾਨ ਕਿਸ ਤਰ੍ਹਾਂ ਬੇਨਤੀਆਂ ਕਰਦੇ ਨੇ। ਆਂਦੇ ਮੇਰੇ ਸਰੀਰ ਨੂੰ ਭਾਵੇਂ ਆਰੇ ਨਾਲ ਚਰਾ ਦੇ, ਮੈਨੂੰ ਕਰਵਟ ਨਾ ਦੇ, ਇੱਕ ਵਾਰੀ ਮੇਰੇ ਮੂੰਹ ਤੇ ਕਰ, ਮੈਨੂੰ ਗਲੇ ਨਾਲ ਲਾ ਤੇ ਸਹੀ, ਲਾਗ ਗਲੇ ਸੁਣ ਬੇਨਤੀ ਮੇਰੀ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹੈ। ਹਉ ਵਾਰੀ ਮੁਖ ਫੇਰ ਪਿਆਰੇ, ਪਰਮਾਤਮਾ ਮੇਰੀ ਬੇਨਤੀ ਹੈ, ਇੱਕ ਵਾਰੀ ਮੇਰੇ ਵੱਲ ਮੂੰਹ ਤੇ ਫੇਰ, ਮੇਰੇ ਵੱਲ ਮੂੰਹ ਤੇ ਕਰ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੁਕੋ ਕਾਹੇ ਕੁਮਾਰੇ। ਕਿਉਂ ਮੈਨੂੰ ਕਰਵਟ ਦੇ ਕੇ ਮਾਰਦਾ ਹੈ? ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦਾ ਰੱਬ ਨਾਲ ਪਿਆਰ ਹੈ, ਜਿਨ੍ਹਾਂ ਨੇ ਉਹਦੀ ਬਾਣੀ ਦਾ ਆਨੰਦ ਮਾਣਿਆ ਹੈ, ਰਸ ਮਾਣਿਆ ਹੈ। ਸਾਨੂੰ ਇਹ ਆਨੰਦ ਮਹਿਸੂਸ ਨਹੀਂ ਹੁੰਦਾ। ਅਸੀਂ ਤੇ ਭਾਵੇਂ ਕਈ ਮਹੀਨੇ ਬਾਣੀ ਨਾ ਪੜ੍ਹੀਏ ਤੇ ਸਾਨੂੰ ਕੁਝ ਨਹੀਂ ਹੁੰਦਾ, ਸਾਨੂੰ ਦੁੱਖ ਨਹੀਂ ਹੁੰਦਾ। ਇਹ ਜਿਨ ਜੁੜੇ ਹੋਏ ਨੇ, ਜੁੜੇ ਹੋਇਆਂ ਦੀ ਗੱਲ ਹੈ। ਇਸੇ ਨੂੰ ਹੀ ਸਾਡੇ ਇਤਿਹਾਸ ਨੇ ਫਿਰ ਪ੍ਰਤੱਖ ਕਰਕੇ ਵਿਖਾਇਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਚਾਂਦਨੀ ਚੌਂਕ ਵਿੱਚ ਸ਼ਹੀਦੀ ਦੇਣ ਜਾਂਦੇ ਨੇ, ਨਾਲ ਗੁਰੂ ਕੇ ਪਿਆਰੇ ਸ਼ਹੀਦੀ ਦਿੰਦੇ ਨੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ। ਤੇ ਉਸ ਸਮੇਂ ਜਦੋਂ ਭਾਈ ਮਤੀ ਦਾਸ ਨੂੰ
शहीद करन लगदे ने। सज़ा की है? आरे नाल इहदा शरीर चीर के दो फाड़ कर दिता जावे। इहदा शरीर आरे नाल चीर के दो फाड़ कर दिता जावे। किड्डा वड्डा दुख है। तो जदों हुण जलाद पूरी तैयारी कर लैंदे ने ते भाई मती दास नूं आरे नाल चीरन लगदे ने ते शहीद करन तो पहलां अंतिम ख्वाहिश पुछी जाती है कि मती दास दस तेरी अंतिम ख्वाहिश की है। तो भाई मती दास ने की किया होएगा? किते धन मंगिया होएगा? या भाई मती दास ने यह कहा मैनूं छड्ड दिता जाए? भाई मती दास ने उस समय की मंगिया? कहते मेरी अंतिम ख्वाहिश होर कुछ नहीं है। मेरी अंतिम ख्वाहिश इक्को है कि जदों मैनूं शहीद किया जाए ना, जदों मेरे शरीर नूं आरे नाल दो फाड़ करना है, मेरा मुख मेरे गुरु वाल होना चाहिए है। मेरा मुख गुरु तेग बहादुर पातशाह वाल होना चाहिए। यह हुंदा है प्यार। बोलो सतनाम वाहिगुरु। श्री वाहिगुरु। इनू कहते ने प्यार। कि बंदा आरे नाल चीरिया चलिया है, अंतिम ख्वाहिश पुछी जा रही है, तो कहता मेरा मुख मेरे गुरु वाल होना चाहिए है। जे मेरा मुख मेरे गुरु वाल होएगा ना, तो मैनू पीड़ नहीं होएगी। इन्ने आनंद विच आ गए ने भाई मती दास जी। दूजी ख्वाहिश कहते ने, हुण वेखो बाणी नाल कितना प्यार है। बाणी नाल कितना प्यार है। सानू माड़ा जिहा दुख आ जाए, असीं गिले करना पैंदे आ, असीं बाणी छड्ड दिंदे आ। कहते मेरी दूजी ख्वाहिश है मेरे शरीर नूं आरे नाल इन्नी हौली हौली चीरियो कि मैं जपजी साहिब दा पाठ पूरा कर सकां। मैं जपजी साहिब दा पाठ पूरा कर सकां। आरा सिर ते है तो ख्वाहिश है मैं जपजी साहिब दा पाठ कर लवां। आरा सिर ते चलदा है। भाई मती दास जी जपजी साहिब की बाणी शुरू करते हैं। शरीर दो फाड़ हो जाता है, पर विचों आवाज आती है, जिनी नाम ते आया गए मसकत घाल, नानक ते मुख उजले केती छुट्टी नाल। शरीर दो फाड़ हो गया है, पर बाणी दियां धुनियां फिर भी चल रही ने। यह है प्रीत वालियां दी गल। उन्होंने आरे दे थल्ले भी बाणी नहीं विसारी। उन्होंने जंगलों बेलियां दे विच पाटे कपड़े पा के भुखे रह के घर घर उजाड़ के पैरों नंगे रह के घोड़ियां दी काठियां ते भी पोथियां रख के बाणी पढ़ी। भाई मती दास वर्गियां, भाई तारू सिंह वर्गियां, भाई मनी सिंह वर्गियां आरे थल्ले खोपड़ी लवाउंदियां बंद बंद कटाउंदियां भी बाणी पढ़ी। बाणी नूं भुलाया नहीं। पर अफसोस वाली गल, अज सानू साडे घरां विच बैठिया, पक्खियां थल्ले बैठिया, एसियां थल्ले बैठिया, सारियां सुख सहूलतां माणदियां सानू बाणी विसर जाती है। कोई विरले हुंदे ने जिन्हां नूं अमृत वेले जपजी दी बाणी चेते आ जाती है, जिहड़े अमृत वेले उठ के जपजी साहिब दा पाठ कर लैंदे ने। वो विरले हुंदे ने जिन्हां ते गुरु किरपा करदा है। नहीं तो अज सानू रजाइयां विच बैठिया जपजी साहिब दी बाणी भुल जाती है। साडे वड्डियां नूं वो आरियां थल्ले नहीं भुल्ली, बंद बंद कटाउंदियां नहीं भुल्ली, खोपड़ियां लहाउंदियां नहीं भुल्ली, चड़खड़ियां ते चढ़दियां नहीं भुल्ली। पर अज सानू उन्हां दी बदौलत जिहड़ियां सुख सहूलतां माले ना, अज सानू घरां विच बैठियां भुल जाती है। वो वड्डे भागां वाले ने जिहड़े अमृत वेले उठ के जपजी साहिब दी बाणी पढ़दे ने, जिहड़े नितनेम करदे ने। सतगुरु उन्हां तो वारने जांदे ने, भला हारने जांदे ने। इस करके रब दे प्यारिओ बाणी नाल प्रीति पाओ, ताकि असीं वड्डियां वडेरियां दी कुर्बानियां नूं जान सकीए। भाई मनी सिंह जी जदों शहीद होण लगदे ने ते जलाद पुछदा है, मनी सिंघा क्यों जिंदगी अजाई गवाउणा है? एक बारी कह दे मैं कलगीधर पातशाह दा सिख नहीं हाँ। एक बारी कह दे मैं कलगीधर पातशाह दा सिख नहीं है। ईन मान लै
बाद में जाके फिर सिख बन जाई। जिन्ना धन दौलत चाहुंदा है सरकार को लै लै, क्यों जिंदगी इंजाई गवाउना है। तो भाई मणि सिंह दे उदों बचन सन, देही तो आमन जान है सिक्खी लभे कब कोए। वो जलादा तू कहना कलगीधर पातशाह की सिक्खी छड्ड दे, तू कहना एक केसां नूं कटवा दे, ईन मन लै। वो जलादा ये देही ते आमन जान है, देही अज नहीं ते कल फिर मिल जाएगी। ये शरीर की किहड़ी गल है, अज नहीं ते कल फिर मिल जाएगी, मिल जाएगा। अब पर जी सिक्खी है ना, ये कलगीधर दी सिक्खी वार वार नहीं मिलती। देही तो आमन जान है सिक्खी लभे कब कोई, पर सिक्खी वार वार नहीं लभदी। ये तो त्रुट के किरपा करके गुरु एक बारी सिखां दे घर जन्म दे दिंदा है, ये सिक्खी बख्श कर दिंदा है, किरपा करके ये वार वार नहीं मिलती। इस करके जलादा मैं बंद बंद ते कटा सकदा है, पर अपनी सिक्खी नूं नहीं छड्ड सकदा। इन्हां केसां नूं कैंची नहीं लवा सकदा। ये नहीं कह सकदा मैं कलगीधर पातशाह सिख नहीं है। मैं तो गज के कहांगा, मैं तो मान ना करांगा मैं कलगीधर पातशाह दा सिख हाँ। उन्हां दी कुर्बानियां नूं चेते करिए। अज असीं कुर्बानियां नूं विसार के आप दुकानां ते जाके अपने केस कटा देने, सानूं शर्म नहीं आउंदी कि साडे वड्डे वडेरियां ने इन्नियां कुर्बानियां कीतियां ने साडे वास्ते। ये प्रीत की गल, जिथे प्रीत पै जाती है ना, फिर उत्थे एक मिनट भी परमात्मा तो विछोड़ा नहीं पैंदा। गुरु नानक देव पातशाह ने समझाया है ना, हर रोज़ समझाते आंदे आखां जीवां विसरे मर जाऊं। मैं आखदा है परमात्मा तेरे नाम ते जीना है, विसर जावे ते मर जाना। तेरा नाम ही मेरी खुराक है, तेरा नाम ही मेरी भोजन है, मेरा भोजन है। तेरे नाम तो बिना मैं बैबल हो जाना है, मैं मर जाना। ये आत्मा की गल की। ये जिहड़े प्रीत वाले ने ना, जिहड़े उस दी बाणी नूं मिठी कूक दे विच कोयल वांग गाउंदे ने, बबीहे वांग अपने आप नूं निछावर कर दिंदे ने, ये रस उन्हां नूं आउंदा है, उन्हां नूं इस रस बारे पता है। इस करके सतगुरू कहंदे उस परमात्मा दे नाम नूं, उस परमात्मा दी बाणी नूं ओए रब दे प्यारिया एक मन चित होके गाया कर। उस परमात्मा दे नाम दे विचों तेन उस परमात्मा दा मिलाप प्राप्त हो जाएगा। हर अंक समाणी जां प्रभ भाणी, सा सुहागण नारे। सतगुरु जी ने हर अंक समाणी आंदे जेड़ी जीव रूप इस्त्री ना इस तरह रस विच भिज के मिठे बोलां दे राहीं विराग विच आके उस परमात्मा दे गुणां नूं गाउंदी है ना, वो सुहागवंती हो जाती है, उस परमात्मा नूं भा जाती है। जेड़ी इस्त्री प्यार विच आके विराग विच आके बाणी नूं पढ़ के सुन के समझ के गाउंदी है ना, ते अपने जीवन विच उस बाणी नूं वसा लैंदी है, ढाल लैंदी है। वो जिहड़ी इस्त्री है ना, वो सुहागवंती हो जाती है। उस परमात्मा दे मिलाप नूं हासिल कर लैंदी है। जिहड़ी जीव रूप इस्त्री उस परमात्मा दे गुणां नूं मिठे बोलां राहीं गाउंदी है। क्योंकि सतगुरु जी ने सानूं उपदेश भी दिता, मिठ ते नीवी नानका गुण चंगियाइयां तत्। मिठा बोलना एक बड़ा वड्डा गुण है। मिठा बोल के बहुत कुछ प्राप्त हो जाता है। ये जीभा है ना, मिठा बोलांगे ये सारिਆਂ ਨੂੰ मित्र बना देंदी है। इस जीभा नाल कौड़ा बोलांगे सारे साडे दुश्मन बन जाणगे। ये साडे बोलां ते है ना, कहंदे ने ना, ये जीभ ऐसी है, ये हड्डियां तोड़ा भी देंदी है, जुड़ा भी देंदी है। किसी नूं गालां कड्डांगे वो सानूं प्यार नहीं करेगा, वो भी गालां कड्डेगा। किसी नाल दो प्यार दे बोल बोलांगे, कोई रब की गल दसांगे, वो साडा मान सत्कार करेगा। इस सतगुरू ने कहा मिठे बोलां दे राहीं उस
ਵਿਰਾਗ ਵਿੱਚ ਆ ਕੇ ਭਿੱਜ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੋ। ਨਵ ਕਰ ਥਾਪ ਮਹਲ ਕਰ ਉੱਚਾ, ਨਿਜ ਘਰ ਵਾਸ ਮੁਰਾਰੇ। ਤੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਰੱਬ ਦੇ ਪਿਆਰਿਆ, ਨਵ ਘਰ ਥਾਪ, ਇਹ ਜਿਹਦੇ 9 ਘਰ ਨੇ ਨਾ, ਇਹਨਾਂ 9 ਘਰਾਂ ਨੂੰ ਮਰਿਆਦਾ ਵਿੱਚ ਕਰਕੇ ਥਾਪ ਕੇ, ਮਰਿਆਦਾ ਵਿੱਚ ਕਰਕੇ ਥਾਪ ਕੇ ਤੂੰ ਉਸ ਪਰਮਾਤਮਾ ਨਾਲ ਜੋੜਨਾ ਕਰ। ਵੇਖੋ ਹੁਣ ਜੇ 9 ਘਰ ਨੇ ਸਾਡੇ ਗਿਆਨ ਇੰਦਰੇ, ਇਹਨਾਂ ਨੂੰ 9 ਘਰ ਕਿਹਾ ਗਿਆ ਹੈ। ਅੱਖਾਂ ਹੋ ਗਏ, ਕੰਨ ਹੋ ਗਏ, ਮੂੰਹ ਹੋ ਗਿਆ, ਸਾਡੀ ਨਾਸਿਕਾ ਹੋ ਗਈ। ਇਹ ਜਿਹੜੇ ਸਾਡੇ 9 ਗਿਆਨ ਇੰਦਰੇ ਨਾ, ਸਤਿਗੁਰੂ ਇਹਨਾਂ 9ਵਾਂ ਨੂੰ ਮਰਿਆਦਾ ਵਿੱਚ ਕਰਕੇ, ਆਪਣੇ ਵਸ ਵਿੱਚ ਕਰਕੇ, ਨਵ ਕਰ ਥਾਪ ਮਹਿਲ ਕਰ ਉੱਚੋ, ਤੂੰ ਆਪਣੇ ਆਚਰਨ ਨੂੰ ਉੱਚਾ ਕਰ ਲੈ। ਆਪਣੇ ਆਚਰਨ ਨੂੰ ਉੱਚਾ ਕਰਕੇ ਤੇ ਨਿਜ ਘਰ ਮਹਿਲ ਪਾਵੋ ਸੁਖ ਸਾਜੇ ਵਾਲੀ ਜਿਹੜੀ ਅਵਸਥਾ ਹੈ, ਉਸ ਨਿਜ ਘਰ ਵਿੱਚ ਆਪਣਾ ਵਾਸਾ ਕਰ ਲੈ। ਹੁਣ ਇਹਨਾਂ ਨੂੰ ਮਰਿਆਦਾ ਵਿੱਚ ਕਿਵੇਂ ਕਰਨਾ ਹੈ? ਸਤਿਗੁਰੂ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਸਾਨੂੰ ਹਰ ਰੋਜ਼ ਸਮਝਾਉਂਦੇ ਨੇ। ਕਹਿੰਦੇ ਏਸ ਸਰੀਰਾ ਮੇਰਿਆ ਇਸ ਜੱਗ ਮੇਂ ਆਇ ਕੈ, ਕਿਆ ਤੁਧ ਕਰਮ ਕਮਾਇਆ। ਸਰੀਰ ਨੂੰ ਸਿੱਖਿਆ ਦਿੱਤੀ। ਸਤਿਗੁਰੂ ਨੇ ਸਾਡੀਆਂ ਅੱਖਾਂ ਨੂੰ ਸਿੱਖਿਆ ਦਿੱਤੀ, ਇਹ ਨੇਤਰੋ ਮੇਰਿਓ। ਇਹਨਾਂ ਅੱਖਾਂ ਨੂੰ, ਇਹਨਾਂ ਨੇਤਰਾਂ ਨੂੰ ਸਿੱਖਿਆ ਦਿੱਤੀ। ਹਰ ਬਿਨ ਅਵਰ ਨਾ ਦੇਖੋ ਕੋਈ। ਆਂਦੇ ਤੇਰੇ ਅੰਦਰ ਉਸ ਪਰਮਾਤਮਾ ਦੀ ਜੋਤ ਟਿੱਕੀ ਹੋਈ ਹੈ। ਪਰਮਾਤਮਾ ਨੇ ਤੇਰੇ ਅੰਦਰ ਜੋਤ ਰੱਖੀ ਤਾਂ ਤੂੰ ਵੇਖ ਰਿਹਾ ਹੈ। ਤੇ ਇਹਨਾਂ ਅੱਖਾਂ ਦਾ ਮਨੋਰਥ ਹੈ ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਅੱਖਾਂ ਤੈਨੂੰ ਗੁਰੂ ਦੇ ਦਰਸ਼ਨ ਕਰਨ ਦੇ ਲਈ, ਇਹ ਅੱਖਾਂ ਤੈਨੂੰ ਬਾਣੀ ਪੜ੍ਹਨ ਦੇ ਲਈ ਦਿੱਤੀਆਂ ਨੇ, ਰੰਗ ਤਮਾਸ਼ੇ ਮਾਣਨ ਲਈ ਨਹੀਂ ਦਿੱਤੀਆਂ ਕਿ ਤੂੰ ਸਾਰੀ ਦਿਹਾੜੀ ਗੰਦੇ ਗੀਤ ਵੇਖਦਾ ਰਹਿ, ਨਾਟਕ ਵੇਖਦਾ ਰਹਿ, ਰੰਗ ਤਮਾਸ਼ੇ ਵੇਖਦਾ ਰਹਿ। ਵੇਖਣੇ ਜ਼ਰੂਰੀ ਨੇ, ਪਰ ਕੁਝ ਸਮਾਂ ਕਰਕੇ ਇਹਨਾਂ ਨੇਤਰਾਂ ਦੇ ਨਾਲ ਰੱਬੀ ਬਾਣੀ ਨੂੰ ਪੜ੍ਹਿਆ ਕਰ, ਉਸ ਪਰਮਾਤਮਾ ਦੇ ਦਰਸ਼ਨ ਕਰਿਆ ਕਰ। ਇਹ ਅੱਖਾਂ ਸਫਲ ਹੋ ਜਾਣਗੀਆਂ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਸ ਸੰਸਾਰ ਵਿੱਚੋਂ ਉਸ ਪਰਮਾਤਮਾ ਦੇ ਰੂਪ ਨੂੰ ਵੇਖਣਾ ਕਰ, ਰੰਗ ਤਮਾਸ਼ੇ ਨਾ ਮਾਰ, ਉਸ ਪਰਮਾਤਮਾ ਦੇ ਰੂਪ ਨੂੰ ਵੇਖਣਾ ਕਰ। ਜੇ ਇਹਨਾਂ ਕੰਨਾਂ ਦੀ ਗੱਲ ਕਰੀਏ, ਇਹਨਾਂ ਕੰਨਾਂ ਨੂੰ ਸਤਿਗੁਰੂ ਜੀ ਨੇ ਕੀ ਸਿੱਖਿਆ ਦਿੱਤੀ? ਕਹਿੰਦੇ ਇਹ ਸਰਵਨੋ ਮੇਰਿਓ ਸਾਚੇ ਸੋਨੇ ਨਾ ਪਠਾਏ, ਸਾਚੇ ਸੋਨੇ ਨਾ ਪਠਾਏ, ਸਰੀਰ ਲਾਏ ਸੁਨੋ ਸਤ ਬਾਣੀ। ਜੇ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਇਹ ਕੰਨ ਸਾਨੂੰ ਕਿਉਂ ਦਿੱਤੇ ਨੇ? ਇਹਨਾਂ ਦਾ ਮਨੋਰਥ ਕੀ ਹੈ? ਸਾਚੇ ਸੋਨੇ ਨਾ ਪਠਾਏ, ਉਹ ਸੱਚੇ ਨੂੰ ਦੇ ਗੁਣਾਂ ਨੂੰ ਸੁਣਨਾ ਇਹਨਾਂ ਕੰਨਾਂ ਦਾ ਮਨੋਰਥ ਹੈ। ਜਿਸ ਦਿਨ ਇਹਨਾਂ ਕੰਨਾਂ ਦੇ ਨਾਲ ਉਹ ਸੱਚੇ ਦੇ ਗੁਣਾਂ ਨੂੰ ਸੁਣਨਾ ਸ਼ੁਰੂ ਕਰਤਾ, ਇਹ ਕੰਨ ਵੀ ਸਫਲ ਹੋ ਜਾਣਗੇ। ਇਹ ਸਰਵਨੋ ਮੇਰਿਓ ਸਾਚੇ ਸੋਨੇ ਨਾ ਪਠਾਏ। ਇਹ ਸਰੀਰ ਨੂੰ ਕਿਉਂ ਲਾਏ ਨੇ? ਸਰੀਰ ਲਾਏ ਸੁਣੋ ਸਤ ਬਾਣੀ। ਇਹ ਸਤਿਗੁਰ ਦੀ ਬਾਣੀ ਕਹਿ ਰਹੀ ਹੈ। ਇਹਦੇ ਸਰੀਰ ਨੂੰ ਇਸ ਕਰਕੇ ਲਾਏ ਨੇ ਕਿ ਤੂੰ ਉਹ ਸੱਚੇ ਦੀ ਬਾਣੀ ਸੁਣ। ਤੇ ਸਤਿਗੁਰੂ ਜੇ ਇਹਨਾਂ ਕੰਨਾਂ ਦੇ ਨਾਲ ਮੈਂ ਸੱਚੇ ਦੀ ਬਾਣੀ ਸੁਣਾਂਗਾ, ਫਿਰ ਕੀ ਹੋਏਗਾ? ਫਿਰ ਮੈਨੂੰ ਪ੍ਰਾਪਤੀ ਕੀ ਹੋਏਗੀ? ਤਨ ਮਨ ਹਰਿਆ ਹੋਏ, ਫਿਰ ਤੇਰਾ ਤਨ ਤੇ ਮਨ ਹਰਿਆ ਹੋ ਜਾਏਗਾ। ਜਦ ਸੁਣੀ ਤਨ ਮਨ ਹਰਿਆ ਹੋਏ, ਇਸ ਬਾਣੀ ਨੂੰ ਸੁਣਿਆ, ਤੇਰਾ ਤਨ ਤੇ ਮਨ ਹਰਿਆ ਹੋ ਜਾਏਗਾ। ਅੱਜ ਸਾਡਾ ਮਨ ਸੁੱਕਿਆ ਫਿਰਦਾ ਹੈ। ਅੱਜ ਇਹ ਦੁੱਖਾਂ ਦੇ ਵਿੱਚ ਗੁਲਤਾਨ ਹੈ। ਪਰ ਜਿੱਦਣ ਇਸ ਬਾਣੀ ਦਾ ਪਾਣੀ ਇਹਨੂੰ ਪੈਣਾ ਸ਼ੁਰੂ ਹੋ ਗਿਆ, ਬਾਣੀ ਦੀ ਖੁਰਾਕ ਮਿਲਣੀ ਸ਼ੁਰੂ ਹੋ ਗਈ, ਇਹ ਵੀ ਖਿੜ ਜਾਏਗਾ। ਜਿਵੇਂ ਕਿ ਫੁੱਲ ਹੈ ਨਾ,
ਜਦੋਂ ਟਾਹਣੀ ਨਾਲ ਟੁੱਟ ਜਾਵੇ ਤਾਂ ਮੁਰਝਾ ਜਾਂਦਾ। ਜਿੰਨਾ ਚਿਰ ਫੁੱਲ ਟਾਹਣੀ ਨਾਲ ਜੁੜਿਆ ਰਹੇ ਖੇੜੇ ਵਿੱਚ ਰਹਿੰਦਾ ਹੈ, ਆਨੰਦ ਵਿੱਚ ਰਹਿੰਦਾ ਹੈ। ਪਰ ਜਿੱਦਣ ਟਾਹਣੀ ਨਾਲ ਟੁੱਟ ਜਾਵੇ ਫੁੱਲ ਮੁਰਝਾ ਜਾਂਦਾ ਹੈ, ਸੁੱਕ ਜਾਂਦਾ। ਫੁੱਲ ਉਹ ਹੈ ਜਿਹਨੂੰ ਸਾਰੇ ਵੇਖਣਾ ਪਸੰਦ ਕਰਦੇ ਸਨ, ਜਿਹਦੀਆਂ ਸੁਗੰਧੀਆਂ ਲੈਂਦੇ ਸਨ। ਤੇ ਇੱਕ ਦਿਨ ਉਹ ਫੁੱਲ ਹੈ ਜਦੋਂ ਟੁੱਟ ਜਾਂਦਾ ਹੈ, ਮੁਰਝਾ ਜਾਂਦਾ ਹੈ, ਖੁਸ਼ਬੂ ਖਤਮ ਹੋ ਜਾਂਦੀ ਹੈ, ਬਦਬੂ ਆਉਣ ਲੱਗ ਪੈਂਦੀ ਹੈ, ਉਹਦੇ ਵੱਲ ਕੋਈ ਵੇਖਣਾ ਵੀ ਪਸੰਦ ਨਹੀਂ ਕਰਦਾ, ਵੇਂਦਾ ਕੋਈ ਨਹੀਂ ਹੈ। ਕਾਰਨ ਪੁੱਛਿਆ ਜਾਵੇ ਤੇ ਫੁੱਲ ਕਹੇਗਾ ਮੈਂ ਆਪਣੇ ਮੂਲ ਨਾਲ ਟੁੱਟ ਗਿਆ, ਮੈਂ ਟਾਹਣੀ ਨਾਲ ਟੁੱਟ ਗਿਆ। ਜੋ ਮੇਰਾ ਮੂਲ ਸੀ ਨਾ, ਜਿੱਥੋਂ ਮੈਨੂੰ ਖੁਰਾਕ ਮਿਲਣੀ ਸੀ, ਜਿੱਥੋਂ ਤਾਕਤ ਮਿਲਣੀ ਸੀ, ਐਨਰਜੀ ਮਿਲਣੀ ਸੀ, ਮੈਂ ਉਹਦੇ ਨਾਲ ਟੁੱਟ ਗਿਆ, ਤਾਂ ਮੁਰਝਾ ਗਿਆ ਹੈ, ਤਾਂ ਮੇਰੇ ਤੇ ਖੇੜਾ ਨਹੀਂ ਰਿਹਾ। ਇਸੇ ਤਰ੍ਹਾਂ ਗੁਰੂ ਕਾ ਸਿੱਖ ਹੈ, ਜਿੰਨਾ ਚਿਰ ਜੁੜਿਆ ਹੋਇਆ ਹੈ ਇਹਦੇ ਉੱਤੇ ਖੇੜਾ ਹੈ, ਆਨੰਦ ਹੈ, ਸੱਚ, ਸੰਤੋਖ, ਧਰਮ, ਦਇਆ, ਇਹਨਾਂ ਗੁਣਾਂ ਦੀ ਖੁਸ਼ਬੂ ਆਉਂਦੀ ਇਹਦੇ ਵਿੱਚੋਂ। ਪਰ ਜਿੱਦਣ ਸਿੱਖ ਬਾਣੀ ਨਾਲ ਟੁੱਟ ਜਾਂਦਾ ਹੈ, ਇਹ ਮੁਰਝਾ ਜਾਂਦਾ ਹੈ, ਇਹਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਬੋਹ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿੱਦਣ ਟੁੱਟ ਜਾਂਦਾ ਖੇੜਾ ਚਲੇ ਜਾਂਦਾ ਹੈ, ਫਿਰ ਇਹ ਪਤਤ ਪੁਣੇ ਵੱਲ ਜਾਂਦਾ ਹੈ, ਫਿਰ ਨਸ਼ਿਆਂ ਵੱਲ ਜਾਏਗਾ, ਬਲਤਕਾਰੀ, ਦੁਰਾਚਾਰੀ ਫਿਰ ਬਣੇਗਾ ਜਦੋਂ ਟੁੱਟ ਜਾਏਗਾ। ਜਿੰਨਾ ਚਿਰ ਜੁੜਿਆ ਹੈ ਫਿਰ ਨਹੀਂ ਬਣਦਾ, ਕਿਉਂਕਿ ਜੁੜੇ ਉੱਤੇ ਖੇੜਾ ਹੁੰਦਾ ਹੈ, ਰੰਗਤ ਹੁੰਦੀ ਹੈ ਗੁਰੂ ਦੇ ਨਾਮ ਦੀ, ਗੁਰੂ ਦੀ ਬਾਣੀ ਦੀ। ਜਦੋਂ ਟੁੱਟਦਾ ਹੈ ਉਦੋਂ ਕ੍ਰੀਤੀਆਂ ਆਉਂਦੀਆਂ ਨੇ, ਕਿਉਂਕਿ ਇਸ ਮਨ ਦੀ ਖੁਰਾਕ ਗੁਰੂ ਦਾ ਨਾਮ ਹੈ। ਤੇ ਸਤਿਗੁਰੂ ਨੇ ਜਦੋਂ ਇਹਨਾਂ ਕੰਨਾਂ ਦੇ ਨਾਲ ਤੂੰ ਸਤਿਗੁਰੂ ਦੀ ਬਾਣੀ ਨੂੰ ਸੁਣਨਾ ਸ਼ੁਰੂ ਕਰੇਂਗਾ, ਤਨ ਮਨ ਹਰਿਆ ਹੋਏ, ਇਹ ਤੇਰਾ ਤਨ ਵੀ ਹਰਿਆ ਹੋ ਜਾਏਗਾ ਤੇ ਮਨ ਵੀ ਹਰਿਆ ਹੋ ਜਾਏਗਾ। ਤਨ ਦੀਆਂ ਬਿਮਾਰੀਆਂ ਵੀ ਖਤਮ ਹੋ ਜਾਣਗੀਆਂ ਤੇ ਮਨ ਦੀਆਂ ਬਿਮਾਰੀਆਂ ਵੀ ਖਤਮ ਹੋ ਜਾਣਗੀਆਂ, ਜਿੱਦਾਂ ਤੂੰ ਇਸ ਬਾਣੀ ਨੂੰ ਸੁਣਨਾ ਸ਼ੁਰੂ ਕਰਤਾ। ਇਹਨਾਂ ਕੰਨਾਂ ਨੂੰ ਉਪਦੇਸ਼ ਦਿੱਤਾ, ਇਹਨਾਂ ਅੱਖਾਂ ਨੂੰ ਉਪਦੇਸ਼ ਦਿੱਤਾ, ਸਤਿਗੁਰੂ ਨੇ ਸਾਡੀ ਰਸਨਾ ਨੂੰ ਉਪਦੇਸ਼ ਦਿੱਤਾ। ਇਹ ਰਸਨਾ ਤੂੰ ਅਨਰਸ ਰਾਸ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੇ ਆਏ। ਸਤਿਗੁਰੂ ਕਹਿੰਦੇ ਇਹ ਰਸਨਾ ਹੈ ਨਾ, ਤੈਨੂੰ ਇਸ ਸੰਸਾਰ ਦੇ ਪਦਾਰਥਾਂ ਦਾ ਰਸ ਮੰਨਣ ਲਈ ਨਹੀਂ ਮਿਲੀ। ਹਾਂ ਜ਼ਰੂਰੀ ਹੈ, ਤੂੰ ਆਪਣੇ ਪੇਟ ਦੀ ਪੂਰਤੀ ਕਰਨੀ ਹੈ, ਰੋਟੀ ਖਾਣੀ ਹੈ, ਭੋਜਨ ਖਾਣਾ ਹੈ, ਪਰ ਇਸ ਰਸਨਾ ਦਾ ਇੱਕ ਹੋਰ ਮਨੋਰਥ ਹੈ। ਉਹ ਮਨੋਰਥ ਕੀ ਹੈ? ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ, ਉਸ ਪਰਮਾਤਮਾ ਦੀਆਂ ਵਡਿਆਈਆਂ ਕਰਨੀਆਂ। ਤੇ ਜਿੱਦਣ ਇਸ ਰਸਨਾ ਦੇ ਨਾਲ ਤੂੰ ਉਸ ਪਰਮਾਤਮਾ ਦੀ ਵਡਿਆਈ ਕਰਨੀ ਸ਼ੁਰੂ ਕਰਤੀ, ਉਹਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰਤਾ, ਇਹ ਤੇਰੀ ਰਸਨਾ ਵੀ ਪਵਿੱਤਰ ਹੋ ਜਾਏਗੀ। ਇਹ ਤੇਰੀ ਰਸਨਾ ਵੀ ਪਵਿੱਤਰ ਹੋ ਜਾਏਗੀ। ਇਹ ਰਸਨਾ ਮਾੜੇ ਬੋਲ ਬੋਲਣ ਲਈ ਨਹੀਂ ਮਿਲੀ, ਕਿਸੇ ਦਾ ਦਿਲ ਦਿਖਾਉਣ ਲਈ ਨਹੀਂ ਸਾਨੂੰ ਮਿਲੀ ਕਿ ਕਿਤੇ ਟੋਲਾ ਬਣਾ ਕੇ ਕਿਸੇ ਦੀਆਂ ਚੁਗਲੀਆਂ ਕਰ ਲਈਏ, ਇਸ ਕਰਕੇ ਨਹੀਂ ਮਿਲੀ। ਇਹ ਸੱਚੇ ਦੇ ਗੁਣਾਂ ਨੂੰ ਗਾਉਣ ਵਾਸਤੇ ਮਿਲੀ ਹੈ। ਇਹ ਕੰਨ ਸਾਨੂੰ ਕਿਸੇ ਦੀ ਨਿੰਦਾ ਸੁਣਨ ਵਾਸਤੇ, ਭੈੜੇ ਗੀਤ ਸੁਣਨ ਵਾਸਤੇ, ਕਿਸੇ ਦੀਆਂ ਭੈੜੀਆਂ ਗੱਲਾਂ ਸੁਣਨ ਵਾਸਤੇ ਨਹੀਂ ਮਿਲੇ। ਇਹ ਕੰਨ ਸਾਨੂੰ ਉਸ ਪਰਮਾਤਮਾ ਦੇ ਸੱਚੇ ਦੇ ਗੁਣ ਗਾਉਣ ਦੇ ਲਈ ਮਿਲੇ ਨੇ। ਇਹਨਾਂ ਦਾ ਮਨੋਰਥ ਹੈ। ਨਿੰਦਾ ਸੁਣਨੀ ਬੜੀ ਮਿੱਠੀ ਲੱਗਦੀ ਹੈ। ਜਿੱਥੇ ਨਿੰਦਾ ਹੁੰਦੀ ਹੋਵੇ ਬੰਦਾ 2-2, 3-3 ਘੰਟੇ ਬੈਠ ਜਾਂਦਾ ਹੈ, ਥੱਕਦਾ ਨਹੀਂ ਹੈ, ਅੱਕਦਾ ਨਹੀਂ ਹੈ, ਮਿੱਠੀ ਬੜੀ ਹੈ ਨਿੰਦਾ। ਗੁਰੂ ਦੀ ਸੰਗਤ ਵਿੱਚ ਬੈਠਣਾ ਪਵੇ ਤੇ ਅੱਕ ਜਾਂਦਾ ਹੈ, ਥੱਕ ਜਾਂਦਾ ਹੈ। ਪਤਾ ਨਹੀਂ ਕਿਤਨਾ ਕੁ ਸਮਾਂ ਹੋ ਗਿਆ ਮੈਨੂੰ ਇੱਥੇ ਬੈਠਿਆਂ ਨੂੰ, ਇਸ ਤਰ੍ਹਾਂ ਲੱਗਦਾ ਹੈ ਇੱਥੇ ਬੈਠਣਾ ਬੜਾ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਪਰ ਕਦੀ ਖਿਆਲ ਕਰਿਓ, ਨਿੰਮ ਹੁੰਦੀ ਬੜੀ ਕੌੜੀ ਹੈ, ਨਿੰਮ ਕੌੜੀ ਹੁੰਦੀ ਹੈ ਨਾ, ਪਰ ਜਿਹੜੇ ਬੰਦੇ ਨਿੰਮ ਨੂੰ ਘੋਟ ਕੇ ਪੀ ਲੈਂਦੇ ਨੇ, ਉਹਨਾਂ ਦੀਆਂ ਸਾਰੀਆਂ ਬਿਮਾਰੀਆਂ, ਸਾਰੇ ਰੋਗ ਖਤਮ ਹੋ ਜਾਂਦੇ ਨੇ। ਆਪ ਸਿਆਣੇ ਹੋ, ਉਹਨਾਂ ਦੇ ਸਾਰੇ ਰੋਗ ਖਤਮ ਹੋ ਜਾਂਦੇ ਨੇ, ਰੋਗ ਰਹਿਤ ਹੋ ਜਾਂਦੇ ਨੇ, ਕਿਉਂਕਿ ਨਿੰਮ ਕੌੜੀ ਹੈ। ਤੇ ਜਿਹੜੇ ਮਿੱਠਾ ਖਾਂਦੇ ਨੇ, ਖੰਡ ਖਾਂਦੇ ਨੇ, ਖੰਡ ਹੈਗੀ ਬੜੀ ਮਿੱਠੀ ਹੈ,
किसी बच्चे नूं भी कहोगे वो हस के खा लेगा खंड, बड़ी मिठी है, मिठे पदार्थ चंगे लगते ने। पर आप सब नूं पता जे मिठा खावांगे ना तो फोड़े फिंसियां निकल आउणगे, शुगर हो जाए, कई बीमारियां लग जाणगियां मिठे नाल। हुण खाण लग्गिया तो बड़ा स्वाद आया, पर जदों फोड़े फिंसियां हुंदे ने दुख बड़ा हुंदा है, फिर पीड़ बड़ी हुंदी है, फिर बंदा बड़ा पछताउंदा है। इसे तरह रब दे प्यारो, जिस तरह खंड बड़ी मिठी है इस तरह निंदा चुगली बड़ी मिठी है। मन जुड़ जाता है, टिक जाता है, हिलण नूं जी नहीं करता। संसार दे विषयां दा आनंद बड़ा मिठा है, इन्हां विच गलतान होके बंदा सारी उम्र ही इन्हां जोगा रह जाता है। तो जिस तरह मिठा खा के फिर फौड़े फिंसियां निकलते ने ना, तो बड़ा दुख हुंदा है। इस तरह जो इस निंदा चुगली का रंग तमाशियां का सानू फल मिलता है, फिर जो दुख आता है तो फिर पीड़ भी बड़ी हुंदी है, फिर चीकां भी बड़ियां वजदियां ने। फिर गिले कहते हैं रब ने सब कुछ किया, फिर गिले रब नूं दिते जांदे ने। ते रब दे प्यारे, ये गुरु की संगत निम वर्गी है, ये करनी तो बड़ी औखी है। निम जिवें नक घुट के पीनी पैंदी है, बड़ी मुश्किल पीनी पैंदी है, धक्के नाल पीनी पैंदी है क्योंकि कौड़ी बड़ी है। इस तरह परमात्मा की संगत, रब दे प्यारिਆਂ की संगत हैगी बड़ी औखी है, करनी बड़ी मुश्किल है। कथावाचक कीर्तनीय ढाडी कवीशर सानू पकार पकार के मोड़ के लियाउंदे ने, आओ रब के प्यारे हो गुरु की बाणी गाओ, आओ सिख सतगुर के प्यारे हो गाओ सच्ची बाणी, इस बाणी नूं गाउणा करो। मोड़ के लियाउंदे ने, होके देंदे ने गुरु के ग्रंथी सिंह, अमृत वेला हो गया है, गुरु घर आओ, अपने जीवन में सवार लो। होके दे दे के मोड़ के लियाउंदे ने सानू। पर विरले रब दे प्यारे जिहड़े मुड़ के आ जांदे ने, पहला पहला औखे सौखे होके सीर नूं कष्ट दे के अमृत वेले उठ के इशनान करके आउंदे ने, गुरु घर बैठते ने, अभ्यास बनाउंदे ने, फिर आनंद आउणा भी शुरू हो जाता है। करनी बड़ी औखी है, पर जिहड़े अपने मन नूं मार के, अपनियां अंदर दियां भैड़ियां ख्वाहिशां नूं मार के ते गुरु घर आके बैठ जाते ने, गुरु की संगत कर लेंदे ने, फिर ये बाणी निम वांग उन्हां दे जिहड़े मन दे रोग ने, तन दे रोग ने, सारे खत्म कर दिंदी है। काम क्रोध लोभ मोह हंकार नूं खत्म कर दिंदी है। तो संसार दे जिन्ने दुख ने इन्हां पंजां विच ने, ये पांच ही दुखां दे कारण ने। तो जो गुरु की संगत च आ जाता, सतगुर कहते काम क्रोध अर लोभ मोह बिरस जाए अहमेव, नानक प्रभ सरनागति कर प्रसाद गुरुदेव। जो गुरु की शरण में आ जाएगा ना, पंजे खत्म हो जाएंगे। इत्थे बैठ के तुहाडे पंजे खत्म हो जाएंगे, सुखी हो जाओगे। दुख रोग संताप उतरे सुनी सच्ची बाणी, सच्ची बाणी नूं सुनिया सारे दुख रोग उतर जाते हैं। ये निम वर्गी कौड़ी तो है, जिस तरह निम खत्म कर देंदी है रोगां नूं, ये गुरु की संगत भी तुहाडे रोगां नूं खत्म करके तुहानूं सुखी कर जाएगी। इस करके साधु कहते इन्हां 9 इंद्रियां नूं मर्यादा विच लिया, इन्हां 9 इंद्रियां नूं टका। जदों इन्हां 9 इंद्रियां नूं टका लएगा, फिर उस उच्चे घर की प्राप्ति हो जाएगी, तेरा जीवन उच्चा सुच्चा हो जाएगा। तो जो जीवन उच्चा सुच्चा हो गया, चंगे गुण आ गए, तो तेरा मिलाप उस परमात्मा में हो जाएगा, तो उस परमात्मा में लीन हो जाएगा। सब तेरी तू मेरा प्रीतम, जिस बासर रंग रावै। ते सतगुर कहते सब तेरी, फिर की हुंदा है जो उहदे विच लीन हो गया ना, जो गुरु की संगत ने तेरे विचों भैड़े रोग औगन खत्म कर दिते, फिर जिहड़ा मैं वाला औगन है ना, सब कुछ मैं करने वाला है। मैं ना हुंदा ते आ काम होना ही नहीं सी, मैं ना हुंदा ते आ काम होना ही नहीं सी। जिन्हों सतगुरु जी कहते जब लग जाने मुझते कछ होए, तब इसको सुख ना ही कोय। जब यह जाने मैं किछ करता, तब लग गर्भ जोन में फिरता।
ਅੰਤ ਜਿੰਨਾ ਚਿਰ ਕਹਿੰਦਾ ਨਾ ਮੈਂ ਕਰਨ ਵਾਲਾ ਸਭ ਕੁਝ, ਮੇਰੇ ਤੋਂ ਬਗੈਰ ਤਾਂ ਹੈਗਾ ਹੀ ਕੋਈ ਨਹੀਂ ਹੈ, ਮੇਰੇ ਤੋਂ ਬਗੈਰ ਤੇ ਹੈਗਾ ਹੀ ਕੋਈ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਉਹਨਾਂ ਚਿਰ ਗੱਲ ਨਹੀਂ ਬਣੇਗੀ। ਗੱਲ ਕਿਸ ਦਿਨ ਬਣੇਗੀ? ਜਦੋਂ ਮੈਂ ਨੂੰ ਛੱਡ ਕੇ ਤੂੰ ਤੇ ਆ ਜਾਏਗਾ। ਪਰਮਾਤਮਾ ਸਭ ਕੁਝ ਤੇਰਾ ਏ, ਤੂੰ ਮੈਨੂੰ ਦੇਣ ਵਾਲਾ ਏ, ਤੂੰ ਸਭ ਕੁਝ ਕਰਨ ਵਾਲਾ ਏ। ਜਿੱਦਣ ਮੈਂ ਨੂੰ ਛੱਡ ਕੇ ਗੱਲ ਤੂੰ ਤੇ ਆ ਜਾਏਗੀ, ਗੱਲ ਉਸ ਦਿਨ ਬਣੇਗੀ, ਉਸ ਦਿਨ ਗੱਲ ਬਣ ਜਾਏਗੀ। ਸਤਿਗੁਰੂ ਨੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਇਸ ਬਾਸਰ ਰੰਗ ਮਾਣੇ। ਜਦੋਂ ਮੈਂ ਨੂੰ ਛੱਡ ਕੇ ਤੂੰ ਦੀ ਗੱਲ ਕਰਨ ਲੱਗ ਪਏਗਾ ਨਾ, ਪਰਮਾਤਮਾ ਤੂੰ ਦੇਣ ਵਾਲਾ ਹੈ, ਤੇਰਾ ਦਿੱਤਾ ਮੈਂ ਖਾਨਾ ਹੈ, ਤੇਰੇ ਦਿੱਤੇ ਹੋਏ ਦਾ ਰੰਗ ਰਸ ਮੈਂ ਮਾਣਦਾ ਹੈ। ਜਿੱਦਣ ਉਸ ਪਰਮਾਤਮਾ ਦਾ ਧੰਨਵਾਦ ਸ਼ੁਕਰ ਕਰਨਾ ਸਿੱਖ ਲਿਆ, ਉਸ ਦਿਨ ਨਿਸ ਬਾਸਰ ਰੰਗ ਮਾਣੇ। ਫਿਰ ਦਿਨ ਰਾਤ ਉਸ ਪਰਮਾਤਮਾ ਦੇ ਨਾਮ 'ਚ ਰੰਗਿਆ ਹੋਇਆ ਇਸ ਜ਼ਿੰਦਗੀ ਦਾ, ਇਸ ਜੀਵਨ ਦਾ ਆਨੰਦ ਮਾਣਦਾ ਹੈ, ਉਹਦੇ ਗੁਣਾਂ ਦਾ ਆਨੰਦ ਮਾਣਦਾ ਹੈ। ਜਿੱਦਣ ਉਸ ਪਰਮਾਤਮਾ ਦੇ ਨਾਮ 'ਚ ਰੰਗਿਆ ਜਾਵੇ ਤੇ ਹਉਮੈ ਅੰਦਰੋਂ ਖਤਮ ਹੋ ਜਾਵੇ। ਹਉਮੈ ਕਦੋਂ ਖਤਮ ਹੋਣੀ ਹੈ? ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਇ। ਜਿਸ ਦਿਨ ਉਸ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ, ਉਦਣ ਇਹ ਸਾਰੀ ਹਉਮੈ ਖਤਮ ਹੋ ਜਾਏਗੀ। ਤੇ ਹੁਕਮ ਕੀ ਹੈ? ਗੁਰੂ ਕੀ ਬਾਣੀ। ਗੁਰੂ ਕੀ ਬਾਣੀ ਹੁਕਮ ਹੈ। ਜਿੱਦਣ ਇਸ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਵਸਾ ਲਿਆ, ਸਾਡੇ ਅੰਦਰੋਂ ਜਿਹੜੀ ਹਉਮੈ ਹੈ ਉਹ ਖਤਮ ਹੋ ਜਾਏਗੀ। ਤੇ ਉਦਣ ਫਿਰ ਮੇਰਾ ਮੇਰਾ ਛੱਡ ਕੇ ਬੰਦਾ ਤੇਰਾ ਤੇਰਾ ਕਰਨਾ ਸ਼ੁਰੂ ਕਰ ਜਾਏ। ਜਿਸ ਤਰ੍ਹਾਂ ਬਾਬਾ ਨਾਨਕ ਜੀ ਹਰ ਵਕਤ ਤੇਰੇ ਦੀ ਗੱਲ ਕਰਦੇ ਸਨ। ਤੇ ਤੇਰੇ ਦੀ ਗੱਲ ਕੀਤਿਆਂ ਰੱਬ ਦੇ ਪਿਆਰਿਓ ਕਦੀ ਘਾਟੇ ਨਹੀਂ ਪੈਂਦੇ, ਹਮੇਸ਼ਾ ਬਰਕਤਾਂ ਪੈਂਦੀਆਂ ਨੇ। ਇਸ ਕਰਕੇ ਤੇਰੇ ਦੀ ਗੱਲ ਕਰਿਆ ਕਰੋ, ਉਸ ਪਰਮਾਤਮਾ ਦਾ ਨਾਮ ਲੈ ਕੇ ਖਾਇਆ ਕਰੋ, ਉਸ ਪਰਮਾਤਮਾ ਦਾ ਨਾਮ ਲੈ ਕੇ ਪੈਰਿਆ ਕਰੋ, ਤੇ ਉਸ ਪਰਮਾਤਮਾ ਦਾ ਨਾਮ ਲੈ ਕੇ ਮੂਲ ਮੰਤਰ ਪੜ੍ਹ ਕੇ ਕੋਈ ਕੰਮ ਸ਼ੁਰੂ ਕਰਿਆ ਕਰੋ। ਹਮੇਸ਼ਾ ਬਰਕਤਾਂ ਪੈਣਗੀਆਂ, ਕਦੇ ਘਾਟੇ ਨਹੀਂ ਪੈਣਗੇ। ਤਾਂ ਜਿਸ ਦਿਨ ਮੇਰੇ ਦੀ ਗੱਲ ਆ ਗਈ, ਸਾਧੂ ਕਹਿੰਦੇ ਨਿਸ ਬਾਸਰ ਰੰਗ ਮਾਣੇ। ਫਿਰ ਦਿਨ ਰਾਤ ਉਸ ਪਰਮਾਤਮਾ ਦੇ ਨਾਮ 'ਚ ਰੰਗਿਆ ਰਹੇਗਾ ਤੇ ਉਸ ਪਰਮਾਤਮਾ ਦੇ ਨਾਮ ਦੇ ਰੰਗ ਦਾ ਆਨੰਦ ਮਾਣੇਗਾ। ਨਾਨਕ ਪਿਓ ਪਿਓ ਚਬੈ ਬਬੀਹਾ, ਵਕਲ ਸ਼ਬਦ ਸੁਹਾਵੈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਨਾਨਕ ਪਿਰੋ ਪਿਰੋ ਚਵੈ ਬਬੀਹਾ, ਕੋਕਿਲ ਸ਼ਬਦ ਸੁਹਾਵੈ। ਜਿਸ ਤਰ੍ਹਾਂ ਇਹ ਜੀਵ ਰੂਪ ਇਸਤਰੀ ਜਿਸ ਦਿਨ ਉਸ ਬਬੀਹੇ ਵਾਂਗ, ਕੋਇਲ ਵਾਂਗ ਮਿੱਠੇ ਬੋਲਾਂ ਦੇ ਰਾਹੀਂ ਵਿਰਾਗ ਵਿੱਚ ਆ ਕੇ ਉਸ ਪਰਮਾਤਮਾ ਦੇ ਨਾਮ ਰੂਪੀ ਰੰਗ ਵਿੱਚ ਰੰਗ ਕੇ ਉਸ ਸੱਚੇ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰ ਦੇਗੀ ਨਾ, ਉਸ ਦਿਨ ਉਸ ਪਰਮਾਤਮਾ ਦੇ ਨਾਮ 'ਚ ਰੰਗੀ ਜਾਏਗੀ, ਭੇਜ ਜਾਏਗੀ, ਤੇ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਏਗਾ। ਇਹਦਾ ਜੀਵਨ ਸੁਹਾਵਣਾ ਹੋ ਜਾਏਗਾ, ਸੁਚੱਜਾ ਹੋ ਜਾਏਗਾ, ਸੋਹਣਾ ਹੋ ਜਾਏਗਾ। ਜਿਸ ਦਿਨ ਅਸੀਂ ਉਸ ਪਰਮਾਤਮਾ ਦੀ ਬਾਣੀ ਨੂੰ ਵਿਰਾਗ ਵਿੱਚ ਆ ਕੇ, ਰਸ ਵਿੱਚ ਆ ਕੇ ਗਾਉਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਰੱਬ ਦੇ ਪਿਆਰਿਓ, ਉਸ ਪਰਮਾਤਮਾ ਦੀ ਬਾਣੀ ਨਾਲ ਜੁੜ ਕੇ, ਉਸ ਪਰਮਾਤਮਾ ਦੇ ਗੁਣਾਂ ਨਾਲ ਜੁੜ ਕੇ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਈਏ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ। ਕਿਤੇ ਇਹ ਨਾ ਹੋਵੇ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਜਨਮ ਬੜਾ ਮੁੱਲਕ ਹੈ, ਪਰ ਮਨੁੱਖ ਨੂੰ ਕਦਰ ਨਹੀਂ ਹੈ। ਜਦੋਂ ਹੀਰੇ ਦੀ ਕਦਰ ਨਾ ਹੋਵੇ, ਕਦਰ ਕਿਹਨੂੰ? ਜਵਾਰੀ ਨੂੰ ਹੁੰਦੀ ਹੈ। ਕਿ ਸਬਜ਼ੀ ਵੇਚਣ ਵਾਲੇ ਨੂੰ, ਕਿਸੇ ਦੂਜੀ ਦੁਕਾਨ ਵਾਲੇ ਨੂੰ ਥੋੜ੍ਹੀ ਕਦਰ ਹੈ, ਜਵਾਰੀ ਨੂੰ ਹੋਏਗੀ। ਇਸੇ ਤਰ੍ਹਾਂ ਸਾਨੂੰ ਕਦਰ ਨਹੀਂ ਹੈ, ਪਰ ਜਿੱਦਣ ਬੰਦੇ ਨੂੰ ਸਮਝ ਆ ਜਾਂਦੀ ਹੈ, ਜਵਾਰੀ ਬਣ ਜਾਂਦਾ ਹੈ, ਉਸ ਦਿਨ ਇਸ ਜੀਵਨ ਦੀ ਕਦਰ ਪੈ ਜਾਂਦੀ ਹੈ। ਇਹ ਨਾ ਹੋਵੇ ਕਿ ਦਿਨ ਰਾਤ ਖਾ ਪੀ ਕੇ ਸੌਂ ਕੇ ਬਤੀਤ ਹੋ ਜਾਣ ਤੇ ਹੀਰਿਆਂ ਵਰਗਾ ਜਨਮ ਸਾਡਾ ਕੌਡੀਆਂ ਦੇ ਭਾਅ ਚੱਲ ਜਾਵੇ। ਉੱਦਮ ਕਰਕੇ, ਉਪਰਾਲਾ ਕਰਕੇ ਗੁਰੂ ਦੀ ਬਾਣੀ ਨਾਲ ਜੁੜਿਆ ਕਰੀਏ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ। ਅੱਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਹੈ, ਜਨਮ ਦਿਹਾੜਾ ਵੀ ਹੈ। ਆਪ ਸਮੂਹ ਸੰਗਤ ਨੂੰ
ਬਾਬਾ ਜੋਰਾਵਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰਾਂ ਕਰਦਿਆਂ ਜਿੰਨੀਆਂ ਇਹ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹਨ, ਦਾਤ ਦੀ ਝੋਲੀ ਵਿੱਚ ਪਾ ਦੇਣਾ। ਅੱਗੇ ਤੋਂ ਅਸੀਸ ਦੇਣੀ। ਦਾਸ ਨੂੰ ਕਥਾ ਵਿਚਾਰ ਕਰਨ ਦੀ ਜਾਚ ਆ ਜਾਵੇ।